ਹੈਲੋ ਸਟੂਡੈਂਟਸ, ਬੇਟੇ ਆਪਾਂ ਹੁਣ ਤੱਕ ਲੈਸਨ ਕਰਦੇ ਆ ਰਹੇ ਹਾਂ ਐਲਡੀਹਾਈਡ, ਕੀਟੋਨਸ ਐਂਡ ਕਾਰਬੋਕਸਿਲਿਕ ਐਸਿਡ। ਇਹਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਸੀਗੇ, ਨੇਮਿੰਗ ਰਿਐਕਸ਼ਨ ਸੀ, ਆਕਸੀਡੇਸ਼ਨ ਕੀਤੀ ਐਲਡੀਹਾਈਡ ਤੇ ਕੀਟੋਨਸ ਦੀ, ਐਸਿਡਿਕ ਕਰੈਕਟਰ ਕੀਤਾ ਆਪਾਂ ਕਾਰਬੋਕਸਿਲਿਕ ਐਸਿਡ ਦਾ, ਔਰ ਜੋ ਵੀ ਇੰਪੋਰਟੈਂਟ ਸੀ ਉਹ ਮੈਂ ਸਾਰੇ ਦੇ ਸਾਰੇ ਤੁਹਾਡੇ ਨਾਲ ਡਿਸਕਸ ਕਰ ਚੁੱਕੀ ਹਾਂ। ਉਹਦੀਆਂ ਵੀਡੀਓਜ਼ ਸਾਰੀਆਂ ਅਪਲੋਡ ਹੋ ਚੁੱਕੀਆਂ ਨੇ। ਇੰਪੋਰਟੈਂਟ ਕੁਐਸਚਨ ਲੈਸਨ ਲੰਬਾ ਹੋਣ ਕਰਕੇ ਮੈਂ 2 ਪਾਰਟਸ ਦੇ ਵਿੱਚ ਡਿਵਾਈਡ ਕਰਤਾ ਸੀ। ਐਲਡੀਹਾਈਡ ਤੇ ਕੀਟੋਨਸ ਦੇ ਜਿਹੜੇ ਇੰਪੋਰਟੈਂਟ ਕੁਐਸਚਨਸ ਨੇ ਉਹ ਅਪਲੋਡ ਹੋ ਚੁੱਕੇ ਨੇ, ਉਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਅੱਜ ਆਪਾਂ ਕਰਦੇ ਹਾਂ ਇੰਪੋਰਟੈਂਟ ਕੁਐਸਚਨਸ ਨੇ ਜਿਹੜੇ ਕਾਰਬੋਕਸਿਲਿਕ ਐਸਿਡ ਦੇ। ਕਾਰਬੋਕਸਿਲਿਕ ਐਸਿਡ ਦੇ ਨਾਲ ਰਿਲੇਟਡ ਜਿਹੜੇ ਇੰਪੋਰਟੈਂਟ ਕੁਐਸਚਨਸ ਨੇ ਉਹ ਕਰਦੇ ਹਾਂ ਹੁਣ ਆਪਾਂ। ਫਸਟ ਕੁਐਸਚਨ ਹੈ ਡਿਸਕਸ ਬਰੀਫਲੀ ਹੈਲਵੋਲ-ਹਰਟਜ਼-ਜ਼ੇਲਿੰਸਕੀ ਰਿਐਕਸ਼ਨ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਦੇ 99.9% ਚਾਂਸਿਸ ਨੇ ਇਸ ਦੇ ਪੇਪਰ ਦੇ ਵਿੱਚ ਆਉਣ ਦੇ। ਤੁਸੀਂ ਇਹਦੇ ਬਾਰੇ ਦੇ ਵਿੱਚ ਦੱਸਣਾ ਹੈ ਕਿ ਕਾਰਬੋਕਸਿਲਿਕ ਐਸਿਡ ਕਿਵੇਂ ਲਾਈਨ ਕਿਵੇਂ ਲਿਖੋਗੇ ਕਿ ਕਾਰਬੋਕਸਿਲਿਕ ਐਸਿਡਸ ਹੈਵਿੰਗ ਅਲਫਾ ਹਾਈਡਰੋਜਨ ਪਰਫਾਰਮ ਦਿਸ ਰਿਐਕਸ਼ਨ ਵਿਦ ਕਲੋਰੀਨ ਔਰ ਬਰੋਮੀਨ ਇਨ ਦਾ ਪ੍ਰੈਜ਼ੈਂਸ ਆਫ ਰੈਡ ਫਾਸਫੋਰਸ। ਤੇ ਬਣਾਉਣਗੇ ਕੀ ਇਹ? ਦੈਨ ਦੇ ਵਿਲ ਫਾਰਮ ਅਲਫਾ ਹੈਲੋ ਕਾਰਬੋਕਸਿਲਿਕ ਐਸਿਡ। ਉਸ ਤੋਂ ਬਾਅਦ ਤੁਸੀਂ ਉਸ ਦਾ ਰਿਐਕਸ਼ਨ ਦੇ ਦੇਣਾ, ਠੀਕ ਹੈ। ਰਿਐਕਸ਼ਨ ਉਸ ਤੋਂ ਬਾਅਦ ਤੁਸੀਂ ਲਿਖੋਗੇ। ਵੈਸੇ ਤੁਹਾਨੂੰ ਸਮਝਾਇਆ ਹੈ ਪਿਛਲੀ ਵੀਡੀਓਜ਼ ਦੇ ਵਿੱਚ ਵੀ, ਤੁਸੀਂ ਦੇਖ ਕੇ ਉੱਥੋਂ ਵੀ ਸਮਝ ਸਕਦੇ ਹੋਗੇ, ਔਰ ਵਿਦ ਮੈਕੈਨਿਜ਼ਮ ਸਮਝਾਇਆ ਹੋਇਆ ਉਹ ਸਾਰਾ ਕੁਛ, ਤੇ ਚੰਗੀ ਤਰ੍ਹਾਂ ਤੁਸੀਂ ਕਰ ਸਕਦੇ ਹੋਗੇ। ਔਰ ਇਸੇ ਰਿਐਕਸ਼ਨ ਨੂੰ ਦੇਖੋ ਅੱਗੇ ਨੇ ਪੁੱਛਿਆ ਹੋਇਆ, ਇੱਥੇ ਕੁਐਸਚਨ ਨੰਬਰ ਹੈਗਾ 4th, ਹਾਊ ਵਿਲ ਯੂ ਕਨਵਰਟ ਐਸਟਿਕ ਐਸਿਡ ਇਨਟੂ ਇਥੇਨ ਐਂਡ ਕਲੋਰੋਐਸਟਿਕ ਐਸਿਡ। ਕਲੋਰੋਐਸਟਿਕ ਐਸਿਡ ਦੇ ਵਿੱਚ ਜਦੋਂ ਆਪਾਂ ਕਨਵਰਟ ਕਰਨਾ ਤਾਂ ਇਹਦਾ ਮਤਲਬ ਕੀ ਹੋ ਗਿਆ ਫਿਰ ਉਹ ਕਲੋਰੋਐਸਟਿਕ ਐਸਿਡ। ਇਟ ਮੀਨਸ ਇਹ ਵੀ ਹੈਲਵੋਲ-ਹਰਟਜ਼-ਜ਼ੇਲਿੰਸਕੀ ਰਿਐਕਸ਼ਨ ਹੀ ਆ। ਦੇਖੋ ਕੁਐਸਚਨ ਇਸ ਤਰ੍ਹਾਂ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਐਸਟਿਕ ਐਸਿਡ ਨੂੰ ਕਲੋਰੋਐਸਟਿਕ ਐਸਿਡ ਕਨਵਰਟ ਕਰੋ, ਜਾਂ ਸਿੱਧਾ ਪੁੱਛ ਲਿਆ ਉਹਨੇ ਹੈਲਵੋਲ-ਹਰਟਜ਼-ਜ਼ੇਲਿੰਸਕੀ ਰਿਐਕਸ਼ਨ। ਥੋੜਾ ਜਿਹਾ ਬਸ ਧਿਆਨ ਦੇ ਨਾਲ ਤੁਸੀਂ ਕੁਐਸਚਨ ਦਾ ਆਨਸਰ ਦੇਖਣਾ ਕਿ ਇਸ ਕੁਐਸਚਨ ਦਾ ਆਨਸਰ ਬਣਦਾ ਕੀ ਹੈ। ਨੈਕਸਟ ਕੁਐਸਚਨ ਹੈਗਾ ਐਕਸਪਲੇਨ ਦਾ ਐਸਟਿਕ ਨੇਚਰ ਆਫ ਐਸਟਿਕ ਐਸਿਡ। ਐਸਟਿਕ ਐਸਿਡ ਦੀ ਐਸਟਿਕ ਨੇਚਰ ਦੇ ਬਾਰੇ ਦੇ ਵਿੱਚ ਆਪਾਂ ਦੱਸਣਾ। ਸਿੰਪਲ ਆ, ਦੇਖੋ ਐਸਿਡ ਆ ਤਾਂ ਬਲੂ ਲਿਟਮਸ ਨੂੰ ਰੈੱਡ ਕਰੇਗਾ। ਦੂਸਰਾ ਕੀ ਆਪਾਂ ਐਸਟਿਕ ਐਸਿਡ ਦੀ ਗੱਲ, ਜਦੋਂ ਤੁਸੀਂ ਕੁਐਸਚਨ ਦਾ ਆਨਸਰ ਦੇਣਾ ਨਾ, ਪਹਿਲਾਂ ਤੁਸੀਂ ਕੁਐਸਚਨ ਨੂੰ ਧਿਆਨ ਨਾਲ ਦੇਖਣਾ ਵੀ ਉਹਦੇ 'ਚ ਕਾਰਬੋਕਸਿਲਿਕ ਐਸਿਡ ਲਿਖਿਆ ਜਾਂ ਐਸਟਿਕ ਐਸਿਡ ਲਿਖਿਆ ਜਾਂ ਕੋਈ ਬੈਂਜੋਇਕ ਐਸਿਡ, ਜਿਹੜਾ ਲਿਖਿਆ ਉਸੇ ਦਾ ਨਾਮ ਲੈ ਕੇ ਹੀ ਗੱਲ ਸ਼ੁਰੂ ਕਰਨੀ ਹੈ ਤੁਸੀਂ ਆਨਸਰ ਦੇ ਵਿੱਚ। ਐਸਟਿਕ ਐਸਿਡ ਦੀ ਇੱਥੇ ਗੱਲ ਕਰਾਂਗੇ ਤਾਂ ਆਪਾਂ ਐਸਟਿਕ ਐਸਿਡ ਹੀ ਲਿਖਣਾ ਕਿ ਜਦੋਂ ਇਸ ਨੂੰ ਅਸੀਂ ਐਸਟਿਕ ਐਸਿਡ ਨੂੰ ਡਿਜ਼ੋਲਵ ਕਰਦੇ ਹਾਂ ਪਾਣੀ ਦੇ ਵਿੱਚ, ਦੈਨ ਇਟ ਅੰਡਰਗੋਜ਼ ਡਿਸੋਸੀਏਸ਼ਨ। ਡਿਸੋਸੀਏਸ਼ਨ ਦਾ ਮਤਲਬ ਹਾਈਡਰੋਜਨ ਆਇਨਸ ਬਣਾ ਦਿੰਦਾ ਹੈ। ਇਟ ਮੀਨਸ ਜੇ ਹਾਈਡਰੋਜਨ ਆਇਨਸ ਜਿਹੜੇ ਰਿਲੀਜ਼ ਕਰਦਾ ਆ ਤਾਂ ਇਹਦਾ ਮਤਲਬ ਇਹ ਐਸਟਿਕ ਕਰੈਕਟਰ ਸ਼ੋ ਕਰਦਾ ਆ। ਦੂਸਰਾ ਇੱਕ ਹੋਰ ਦੇ ਸਕਦੇ ਹੋਗੇ ਤੁਸੀਂ, ਇੱਕ ਤਾਂ ਬਲੂ ਲਿਟਮਸ ਵਾਲਾ ਹੀ ਹੋ ਗਿਆ ਕਿ ਰੈੱਡ ਕਰ ਦਿੰਦਾ। ਇੱਕ ਤੀਸਰਾ ਪੁਆਇੰਟ ਇੱਕ ਹੋਰ ਹੋ ਸਕਦਾ ਕਿ ਜੇਕਰ ਅਸੀਂ ਇਹਦੀ ਸੋਡੀਅਮ ਬਾਈਕਾਰਬੋਨੇਟ ਦੇ ਨਾਲ ਰਿਐਕਸ਼ਨ ਕਰਵਾਉਂਦੇ, ਸੋਡੀਅਮ ਬਾਈਕਾਰਬੋਨੇਟ ਨਾਲ ਜਦੋਂ ਤੁਸੀਂ ਇਹਦਾ ਰਿਐਕਸ਼ਨ ਕਰਵਾਵਾਂਗੇ ਤਾਂ ਇਹ ਕਾਰਬਨ ਡਾਈਆਕਸਾਈਡ ਗੈਸ ਰਿਲੀਜ਼ ਕਰਦਾ ਵਿਦ ਬ੍ਰਿਸਕ ਐਫਰੈਂਸ। ਇਹ ਤੁਸੀਂ ਪਹਿਲਾਂ ਵੀ ਕੀਤਾ ਹੋਇਆ ਕਿ ਸੋਡੀਅਮ NaHCO3 ਦੇ ਨਾਲ ਜਦੋਂ ਤੁਸੀਂ ਇਹਦਾ ਰਿਐਕਸ਼ਨ ਕਰਵਾਉਣਾ ਐਸਟਿਕ ਐਸਿਡ ਦਾ CH3COOH, ਇਹਦੇ ਨਾਲ ਜਦੋਂ ਰਿਐਕਸ਼ਨ ਕਰਵਾਉਂਦੇ ਹੋ ਤਾਂ ਇੱਕ ਤਾਂ ਇਹ ਸੋਡੀਅਮ ਦਾ ਸਾਲਟ ਬਣਾਏਗਾ, ਠੀਕ ਹੈ ਜੀ। ਹਾਈਡਰੋਜਨ ਇੱਥੋਂ ਰਿਮੂਵ ਹੋ ਜਾਊਗੀ, ਬਣ ਗਿਆ CH3COONA, ਪਲੱਸ ਕੀ ਨਿਕਲੂਗਾ? ਕਾਰਬਨ ਡਾਈਆਕਸਾਈਡ ਗੈਸ ਨਿਕਲੂਗੀ ਇਹਦੇ ਵਿੱਚ, ਠੀਕ ਹੈ। ਕਾਰਬਨ ਡਾਈਆਕਸਾਈਡ ਗੈਸ ਆ ਜਿਹੜੀ ਬ੍ਰਿਸਕ ਐਫਰੈਂਸ ਦੇ ਨਾਲ, ਆਪਾਂ ਮੇਨ ਮਤਲਬ ਇਸ 'ਤੇ ਆਪਾਂ ਧਿਆਨ ਦੇਣਾ ਕਿ ਇਹੀ ਸਾਨੂੰ ਦੱਸੂਗੀ ਕਿ ਇਹ ਐਸਟਿਕ ਐਸਿਡ ਆ। ਬ੍ਰਿਸਕ ਐਫਰੈਂਸ ਨਾਲ ਬਬਲਸ ਬਣ ਕੇ ਇਹ ਜਿਹੜੀ ਗੈਸ ਆ ਉਹ ਬਾਹਰ ਨਿਕਲਦੀ ਹੈ। ਨੈਕਸਟ ਕੁਐਸਚਨ ਹੈ ਆਊਟ ਆਫ ਅਲਕੋਹਲਸ ਐਂਡ ਮੋਨੋਕਾਰਬੋਕਸਿਲਿਕ ਐਸਿਡਸ ਵਿਚ ਹੈਵ ਹਾਇਰ ਬੋਇਲਿੰਗ ਪੁਆਇੰਟਸ। ਇਹ ਕੁਐਸਚਨ ਦੇਖੋ ਦੋ ਤਰ੍ਹਾਂ ਦੇ ਨਾਲ ਪੇਪਰ ਦੇ ਵਿੱਚ ਆਇਆ ਹੋਇਆ। ਇੱਕ ਤਾਂ ਉਹਨੇ ਇਸ ਤਰ੍ਹਾਂ ਪੁੱਛ ਲਿਆ ਕਿ ਅਲਕੋਹਲ ਅਤੇ ਮੋਨੋਕਾਰਬੋਕਸਿਲਿਕ ਐਸਿਡ ਦੇ ਵਿੱਚੋਂ ਦੱਸਣਾ ਤੁਸੀਂ ਵੀ ਹਾਇਰ ਬੋਇਲਿੰਗ ਪੁਆਇੰਟ ਕਿਹਦਾ ਆ, ਜਾਂ ਪੁੱਛ ਲੈਂਦਾ ਉਹ ਕਿ ਬੋਇਲਿੰਗ ਪੁਆਇੰਟ ਨੇ ਜਿਹੜੇ ਕਾਰਬੋਕਸਿਲਿਕ ਐਸਿਡ ਦੇ ਹਾਇਰ ਨੇ ਦੈਨ ਕੋਰਸਪੋਂਡਿੰਗ ਅਲਕੋਹਲਸ, ਦੱਸੋ ਕਿਉਂ ਨੇ, ਠੀਕ ਹੈ ਨਾ। ਇੱਕੋ ਜਿਹਾ ਹੀ ਆਨਸਰ ਹੋਏਗਾ ਇਸ ਦਾ। ਹਾਇਰ ਬੋਇਲਿੰਗ ਪੁਆਇੰਟ ਕਿਉਂ ਆ ਹੁਣ ਇਸ ਦਾ? ਇੱਕ ਤਾਂ ਪ੍ਰੈਜ਼ੈਂਸ ਹੈ ਇਹਦੇ ਵਿੱਚ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ ਦੀ, ਡਿਊ ਟੂ ਦਾ ਪ੍ਰੈਜ਼ੈਂਸ ਆਫ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ। ਬੋਇਲਿੰਗ ਪੁਆਇੰਟ ਦੇਖੋ ਤੁਹਾਨੂੰ ਮੈਂ ਅੱਗੇ ਵੀ ਪਿਛਲੇ ਲੈਸਨ ਦੇ ਜਿੰਨੇ ਵੀ ਲੈਸਨ ਆਪਾਂ ਕੀਤੇ ਨੇ ਆਰਗੈਨਿਕ ਦੇ, ਉਹ 'ਚ ਮੈਂ ਤੁਹਾਨੂੰ ਸਮਝਾਇਆ ਹੋਇਆ ਕਿ ਬੋਇਲਿੰਗ ਪੁਆਇੰਟ ਜੇਕਰ ਹਾਇਰ ਆ ਤਾਂ ਇਹਦਾ ਮਤਲਬ ਉਹਦੇ ਵਿੱਚ ਕੋਈ ਐਕਸਟਰਾ ਹੋਰ ਬੌਂਡ ਬਣਿਆ ਔਰ ਸਟਰੋਂਗ ਬਣਿਆ, ਜੇ ਦੂਜੇ ਨਾਲ ਜਿਹਦੇ ਨਾਲ ਕੰਪੇਅਰ ਕਰਦੇ ਹਾਂ ਸਟਰੋਂਗ ਬਣਿਆ ਹੋਇਆ। ਇਹਦੇ ਵਿੱਚ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ ਬਣ ਰਹੀ ਹੈਗੀ ਡਿਊ ਟੂ ਦਾ ਪ੍ਰੈਜ਼ੈਂਸ ਆਫ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ। ਦੋਨੋਂ ਹੀ मैं तुहानूं
बना के दिखानी है। एक कार्बोक्सिलिक एसिड का ग्रुप आपां ए लै लिया O ते H, दूसरा एक इधरों तुसीं होर लो, क्योंकि मैं तुहानूं एक होर चीज़ समझाउणी है। देखो आ वाला ऑक्सीजन ते ए वाला हाइड्रोजन, इन्हां दे विचकार इंटरमोलीकुलर हाइड्रोजन बॉन्डिंग होगी, ठीक है जी। इत्थे हाइड्रोजन ते ऑक्सीजन दे विचाले भी इंटरमोलीकुलर हाइड्रोजन बॉन्डिंग होगी। की बन गया ये, इनू आपां जिहड़ा ये बन गई ना स्ट्रक्चर, इनू आपां कहने डाइमर। कार्बोक्सिलिक एसिड ने ना जिहड़े डाइमर बनाउंदे ने, दो जिहड़े ने कार्बोक्सिलिक एसिड दे जिहड़े एक कंपाउंड्स ने ये आपस दे विच बॉन्डिंग बनाउंदे। जिहड़ा ए वाला कार्बोनिल ग्रुप आ ना, जिहड़ा ये कार्बोनिल ग्रुप ये मोर स्ट्रोंग पोलराइज ये है ना, जिहड़ा इलैक्ट्रॉन विड्रॉइंग ग्रुप है, इलैक्ट्रॉन विड्रॉइंग कार्बोनिल ग्रुप आ। इधर इधरले पासे जिहड़ा ये इलैक्ट्रॉन विड्रॉइंग आ, जदों ये इलैक्ट्रॉन विड्रॉ करदा तां इन्हां दोनां दे उत्ते पोलैरिटी ज़्यादा हो जाती है। पोलैरिटी ज़्यादा होने के कारण ही ये इंटरमोलीकुलर बॉन्ड ने जिहड़े बहुत ज़्यादा स्ट्रोंग बनाउंदे ने। एक तो देखो स्ट्रोंग इंटरमोलीकुलर हाइड्रोजन बॉन्डिंग होगी, दूसरा ये डाइमर बने हुए ने। इस करके इन्हां नूं मतलब इन्हों वेपर स्टेट के लियाउण दे वास्ते, यानी कि बॉयल करन दे वास्ते सानूं इन्हों बहुत ज़्यादा हीट देनी पैंदी है। जबकि हुण गल करिए आपां कंपैरिजन किहदे नाल कर रहे हैं, आपां अल्कोहल दे नाल, ठीक है जी। अल्कोहल की गल करिए हुण आपां HO ते R, अल्कोहल हुंदा ना R दे नाल OH ग्रुप लग्या, ते दूसरा एक होर लै लो OR। इन्हां दे विचकार इन्हां दे भी पोलैरिटी आई है H ते O दे उत्ते इन्हां दे, ते इस तरह इंटरमोलीकुलर हाइड्रोजन बॉन्डिंग होगी। एक होर ला लो तुसीं, इस तरह इंटरमोलीकुलर हाइड्रोजन, इन्हां दे दो मॉलीक्यूल्स दे विचकार है एक बॉन्ड बन रहा, ठीक है जी। इत्थे दो दे विच दो मॉलीक्यूल्स ने जिहड़े इहदे विच दो बन रहे हैं इंटरमोलीकुलर हाइड्रोजन बॉन्डिंग। इस करके इहदी एक तां वैसे स्ट्रोंग हुंदे ने क्योंकि पोलैरिटी इहदे विच ज़्यादा हुंदी है ड्यू टू कार्बोनिल ग्रुप के कारण, दूसरा दो बने हुए हुंदे ने, ਇਹਦੇ ਵਿੱਚ दो ਮੋਲੀਕਿਊਲਸ ਦੇ ਵਿਚਕਾਰ ਇੱਕ ਬਣਿਆ ਹੋਇਆ। ਇਸ ਕਰਕੇ ਇਹ ਵਾਲਾ ਜਿਹੜਾ ਕਾਰਬੋਕਸਿਲਿਕ ਐਸਿਡਸ ਨੇ ਇਹਨਾਂ ਦੇ ਬੋਇਲਿੰਗ ਪੁਆਇੰਟਸ ਨੇ ਜਿਹੜੇ ਉਹ ਜ਼ਿਆਦਾ ਹੁੰਦੇ ਨੇ ਐਜ਼ ਕੰਪੇਅਰ ਟੂ ਅਲਕੋਹਲ। ਨੈਕਸਟ ਕੁਐਸਚਨ ਹੈ, how will you convert एसिटिक एसिड into ईथेन एंड क्लोरोएस्टिक एसिड। क्लोरोएस्टिक एसिड का देखो तुहानूं पता लग ही गया कि हेल्वोल्हार्ट ज़ेलेंस्की रिएक्शन है ये, तो ईथेन दे विच देखो हुण तुसीं किवें कन्वर्ट करना। ईथेन च कन्वर्ट करन दे बेटा दो मैथड ने, एक तां हैगा जां तां कॉलबेज इलैक्ट्रोलिसिस दे नाल कर लो जां हाइड्रो आयोडिक एसिड दे नाल कर लो। सब तो सौखा हाइड्रो आयोडिक एसिड दे नाल करो तुसीं, CH3COH प्लस हाइड्रो आयोडिक एसिड HI है, D ना समझ लियो, ये हैगा I। इन द प्रेजेंस ऑफ रेड फॉस्फोरस, यदि प्रेजेंस के विच और 473 कैल्विन ते इसनूं गर्म करना तो यह की देगा ईथेन CH3 प्लस होर की निकलना ये विचों पानी निकलेगा तो एक आयोडीन, ठीक है। बैलेंस कर लियो अपने आप ही। ये मैं तुहानूं रिएक्शन दसदा कि ईथेन किवें परफॉर्म करना, क्योंकि ये जिवें डी कार्बोक्सिलेशन दे विच करदा उहदे विच एक कार्बन घट मिलदा, इहदे विच सेम कार्बन चाहिए अपन, दो कार्बन इहदे विच ने, एक आ वाला कार्बन हो गया, एक आ कार्बन हो गया, इहदे विच भी दो कार्बन ने, यानी कि कार्बन का नंबर चेंज नहीं होना चाहिए। आपां ओह वाला रिएक्शन लेना है, एसिटिक एसिड नूं आपां कन्वर्ट करना ईथेन दे विच। एक तां मैथड देखो ये वाला हो गया, दूसरा मैथड की हुंदा कॉलबेज इलैक्ट्रोलिसिस वाला। हुण कॉलबेज इलैक्ट्रोलिसिस आपां किहदे नाल करवाउने आगे, सोडियम दा जिहड़े साल्ट हुंदा कार्बोक्सिलिक एसिड का सोडियम साल्ट आ, उहदे विच जदों आपां पानी पाउने आ, ये मैं तुहानूं बहुत चंगी तरह समझाया होया, तां इलैक्ट्रोलिसिस होके ईथेन बनाउंदा है। ईथेन दे नाल नाल होर की निकलदी है, कार्बन डाइऑक्साइड गैस निकलदी है, ठीक है जी। तो कैथोड ते होर की निकली सी, हाइड्रोजन गैस निकली सी। सोल्यूशन दे विच की बन गया सी, सोडियम हाइड्रोक्साइड बन गया सी। पिछली वीडियो समझाया है तुहानूं मैं, पर आपां किहनूं कन्वर्ट करना एसिटिक एसिड नूं। ये तो एसिटिक एसिड नहीं ना हैगा, ये तो सोडियम साल्ट आ उसका, तो इस तो पहला इनू आपां नूं सोडियम साल्ट दे विच कन्वर्ट करना पऊगा। इस तो पहला तुसीं की लिखोगे फिर CH3 एसिटिक एसिड लैके उसकी सोडियम के नाल रिएक्शन करवाओगे ताकि सोडियम साल्ट बन जाए। वह मैटल के नाल रिएक्शन करवा रहे हो ना, तो की होगा फिर नाल हाइड्रोजन गैस भी बाहर निकलूगी।
ਇਹਦੇ ਵਿੱਚ ਪਹਿਲਾਂ ਕਨਵਰਟ ਕਰੋਗੇ ਇਹਦਾ ਸੋਡੀਅਮ ਸਾਲਟ ਪਹਿਲਾਂ ਬਣਾਓਗੇ, ਫਿਰ ਸੋਡੀਅਮ ਸਾਲਟ ਆ ਜਿਹੜਾ ਉਹਦੀ ਕॉलवेज ਇੱਥੇ ਲਿਖੋਗੇ ਤੁਸੀਂ ਇਲੈਕਟ੍ਰੋਲਿਸਿਸ ਐਰੋ ਦੇ ਉੱਤੇ ਇਲੈਕਟ੍ਰੋਲਿਸਿਸ, ਠੀਕ ਹੈ, ਤਾਂ ਇਹ ਇਥੇਨ ਚ ਕਨਵਰਟ ਹੋ ਗਿਆ। ਮਤਲਬ ਕਿ ਦੋ ਇਹਦੇ ਮੈਥਡ ਨੇ, ਜਾਂ ਤਾਂ ਇਸ ਮੈਥਡ ਦੇ ਨਾਲ ਤੁਸੀਂ ਇਹਨੂੰ ਕਨਵਰਟ ਕਰ ਲਓ, ਜਾਂ ਹਾਈਡਰੋਆਇਡਿਕ ਐਸਿਡ ਦੇ ਨਾਲ ਰੈੱਡ ਫਾਸਫੋਰਸ ਦੀ ਪ੍ਰੈਜ਼ੈਂਸ ਦੇ ਵਿੱਚ ਇਹਦੇ ਨਾਲ ਤੁਸੀਂ ਕਨਵਰਟ ਕਰ ਲਓ, ਤੇ ਦੋਨਾਂ ਦੇ ਨਾਲ ਹੀ ਇਥੇਨ ਬਣ ਜੂਗਾ, ਜਾਣੀ ਕਿ ਕਾਰਬਨ ਦਾ ਨੰਬਰ ਨਹੀਂ ਚੇਂਜ ਹੋਏਗਾ ਇਹਦੇ ਵਿੱਚ। ਨੈਕਸਟ ਕੁਐਸਚਨ ਹੈ carboxylic acids do not give the characteristic reactions of carbonyl group। carbonyl group ਦਾ ਇਹ carbonyl group ਹੁਣ ਕਿਹੜਾ ਇਹਦੇ ਵਿੱਚ, ਇਹ ਵਾਲਾ RC ਡਬਲ ਬੌਂਡ O, ਇਹ ਵਾਲਾ carbonyl group ਆ, ਠੀਕ ਹੈ ਜੀ। ਇਹਦੇ ਰਿਐਕਸ਼ਨਸ ਇਹ ਨਹੀਂ ਦਿੰਦਾ, ਕਿਉਂ ਨਹੀਂ ਦਿੰਦਾ, ਕਿਉਂਕਿ ਜਿਹੜਾ ਲੋਨ ਪੇਅਰ ਆ ਆਕਸੀਜਨ ਐਟਮ ਦੇ ਉੱਤੇ, ਜਿਹੜੀ ਆਕਸੀਜਨ ਆਹ ਵਾਲੀ ਹਾਈਡਰੋਜਨ ਦੇ ਨਾਲ ਜਿਹੜੀ ਆਹ ਵਾਲੀ ਆਕਸੀਜਨ ਜਿਹੜੀ ਇਹਦੇ ਨਾਲ ਅਟੈਚ ਆ, ਇਹ ਵਾਲੀ ਜਿਹੜੀ ਆਕਸੀਜਨ ਆ ਕਾਰਬੋਕਸਿਲਿਕ ਗਰੁੱਪ ਆ ਜਿਹੜਾ ਇਹਦੇ ਵਿੱਚ ਰੈਜ਼ੋਨੈਂਸ ਹੈ ਜਿਹੜੀ ਇਨਵੋਲਵ ਹੁੰਦੀ ਆ ਉਹ ਕਾਰਬਨ ਐਟਮ ਦੇ ਉੱਤੇ ਇਸ ਤਰ੍ਹਾਂ, ਮਤਲਬ ਰੈਜ਼ੋਨੈਂਸ ਇਸ ਢੰਗ ਦੇ ਨਾਲ ਇਨਵੋਲਵ ਹੁੰਦੀ ਆ ਕਿ ਇੱਦਾਂ ਹੀ ਘੁੰਮਦੀ ਰਹਿੰਦੀ ਹੈ ਇੱਥੇ, ਠੀਕ ਹੈ ਜੀ। ਆਹ ਆਕਸੀਜਨ ਤੋਂ ਇੱਧਰ ਇਲੈਕਟ੍ਰੋਨਸ ਇਸ ਤਰ੍ਹਾਂ ਘੁੰਮਦੇ ਰਹਿੰਦੇ ਨੇ, ਤੇ ਜਿਹੜਾ ਫਿਰ ਕਾਰਬਨ ਆ ਨਾ ਇਹ ਲੈਸ ਇਲੈਕਟ੍ਰੋਫਾਈਲ ਬਣ ਜਾਂਦਾ, ਇਹਦੇ ਤੇ ਕੋਈ ਇਫੈਕਟ ਨਹੀਂ ਪੈਂਦਾ, ਲੈਸ ਇਲੈਕਟ੍ਰੋਫਾਈਲ ਹੁੰਦਾ। ਇਹੀ ਕਾਰਨ ਆ ਕਿ ਇਹ ਕਰੈਕਟਰਿਸਟਿਕ ਰਿਐਕਸ਼ਨਸ ਨੇ ਜਿਹੜੇ ਕਾਰਬਨਲ ਗਰੁੱਪ ਵਾਲੇ ਇਹ ਵਾਲੇ ਨਹੀਂ ਪਰਫਾਰਮ ਕਰਦੇ। ਸਮਝ ਗਏ ਨਾ ਹੁਣ ਧਿਆਨ ਨਾਲ? ਇਹਦਾ ਆਨਸਰ ਤੁਸੀਂ ਹੁਣ ਆਪਣੇ ਆਪ ਲਿਖ ਲਿਓ ਜ਼ਰੂਰ। ਨੈਕਸਟ ਕੁਐਸਚਨ ਹੈ ਵਾਈ ਆਰ ਐਲੀਫੈਟਿਕ ਕਾਰਬੋਕਸਿਲਿਕ ਐਸਿਡਸ ਸਟਰੋਂਗਰ ਐਸਿਡਸ ਦੈਨ ਫਿਨੋਲਸ। ਫਿਨੋਲਸ ਦੇ ਨਾਲੋਂ ਐਲੀਫੈਟਿਕ ਜਿਹੜੇ ਕਾਰਬੋਕਸਿਲਿਕ ਐਸਿਡਸ ਨੇ ਉਹ ਜ਼ਿਆਦਾ ਸਟਰੋਂਗ ਹੁੰਦੇ ਨੇ। ਕਿਉਂ ਹੁੰਦੇ ਨੇ? ਇਹਦੇ ਵਿੱਚ ਵੀ ਦੇਖੋ ਹੁਣ ਤੁਸੀਂ, ਜਦੋਂ ਐਸਿਡ ਦੇ ਵਿੱਚ ਕਾਰਬੋਕਸਿਲਿਕ ਐਸਿਡ ਦੀ ਗੱਲ ਕਰੀਏ ਆਪਾਂ, OH ਪਾਣੀ ਦੇ ਵਿੱਚ ਪਾਉਂਦੇ ਆਪਾਂ, ਠੀਕ ਹੈ ਜੀ, ਕੀ ਬਣ ਗਿਆ RCO, ਆਇਨ ਬਣ ਗਿਆ ਨਾ, ਨੈਗੇਟਿਵ ਚਾਰਜ ਇਹਦੇ ਤੇ, ਫਿਰ ਇਹਦੇ ਤੇ ਨੈਗੇਟਿਵ ਚਾਰਜ ਆ ਜਾਂਦਾ, ਇਹ ਸਾਰੇ ਦੇ ਉੱਤੇ ਨੈਗੇਟਿਵ ਚਾਰਜ ਆ ਗਿਆ। ਹੁਣ ਜਿਹੜਾ ਇਹ ਕਾਰਬੋਕਸਿਲੇਟ ਐਨਾਇਨ ਬਣ ਗਿਆ, ਇਹਦੇ ਵਿੱਚ ਇਹ ਰੈਜ਼ੋਨੈਂਸ ਸ਼ੋ ਕਰਦਾ। ਰੈਜ਼ੋਨੈਂਸ ਸ਼ੋ ਕਰਦਾ ਕਿਸ ਤਰ੍ਹਾਂ ਸ਼ੋ ਕਰੂਗਾ? C ਆਕਸੀਜਨ, ਇੱਧਰ ਆਕਸੀਜਨ, ਤੇ ਇਲੈਕਟ੍ਰੋਨ ਨੇ ਜਿਹੜੇ ਇਸ ਤਰ੍ਹਾਂ ਘੁੰਮਦੇ ਰਹਿੰਦੇ ਨੇ, ਨੈਗੇਟਿਵ ਚਾਰਜ ਇਹਦੇ ਤੇ ਵੀ ਔਰ ਇਹਦੇ ਤੇ ਵੀ। ਇਹ ਜਿਹੜੀ ਰੈਜ਼ੋਨੈਂਸ ਆ ਜਿਹੜੀ ਇਹ ਜ਼ਿਆਦਾ ਸਟੇਬਲ ਆ, ਕਿਉਂਕਿ ਜਿਹੜੀ ਜਿਹੜਾ ਇਲੈਕਟ੍ਰੋਨਸ ਨੇ ਉਹ ਮੋਸਟ ਇਲੈਕਟ੍ਰੋਨੈਗੇਟਿਵ ਆਕਸੀਜਨ ਨੇ ਜਿਹੜੇ ਇਹਨਾਂ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ, ਕਾਰਬਨ ਤੇ ਕੋਈ ਇਫੈਕਟ ਨਹੀਂ ਹੈਗਾ ਇੱਥੇ, ਇਸ ਕਰਕੇ ਇਹ ਮੋਰ ਸਟੇਬਲ, ਇਟ ਇਜ਼ ਮੋਰ ਸਟੇਬਲ। ਜਸਟ ਆਪਾਂ ਇਹਨੂੰ ਇੱਥੇ ਲਿਖਦੇ ਹਾਂ RC ਆਕਸੀਜਨ ਤੇ ਆਕਸੀਜਨ, ਇਲੈਕਟ੍ਰੋਨਸ ਇਸ ਤਰ੍ਹਾਂ ਘੁੰਮਦੇ ਰਹਿਣਗੇ ਤੇ ਇਹ ਮੋਰ ਸਟੇਬਲ ਹੋਏਗਾ, ਮੋਰ ਸਟੇਬਲ। ਜਦ ਕਿ ਆਪਾਂ ਗੱਲ ਕੀ ਕਰਨੀ ਸੀਗੀ? ਫਿਨੋਲਸ ਦੀ। ਹੁਣ ਫਿਨੋਲਸ ਨੇ ਜਿਹੜੇ ਜਦੋਂ ਉਹ ਆਕਸੀਜਨ ਨੂੰ ਬਾਹਰ ਕੱਢ ਦਿੰਦੇ ਨੇ ਤਾਂ ਇੱਥੇ ਨੈਗੇਟਿਵ, ਠੀਕ ਹੈ, ਇਲੈਕਟ੍ਰੋਨਸ ਇਹਦੇ ਵਿੱਚ ਇਸ ਤਰ੍ਹਾਂ ਘੁੰਮਦੇ ਰਹਿੰਦੇ ਨੇ। ਇੱਥੇ ਇਲੈਕਟ੍ਰੋਨਸ ਕਿਹਦੇ ਵਿੱਚ? ਇੱਥੇ ਤਾਂ ਦੇਖੋ ਇਲੈਕਟ੍ਰੋਨ ਦੋਨੋਂ ਆਕਸੀਜਨ ਦੇ ਵਿਚਕਾਰ ਹੀ ਘੁੰਮਦੇ ਨੇ ਆਪਸ ਦੇ ਵਿੱਚ, ਇੱਥੇ ਨੈਗੇਟਿਵ ਚਾਰਜ ਇੱਥੇ ਵੀ ਨੈਗੇਟਿਵ ਚਾਰਜ, ਇਲੈਕਟ੍ਰੋਨ ਇਸ ਤਰ੍ਹਾਂ ਰਿਵੋਲਵ ਕਰਦੇ ਰਹਿੰਦੇ ਨੇ, ਡਿਸਪਰਸ਼ਨ ਹੋ ਜਾਂਦੀ ਹੈ ਇਲੈਕਟ੍ਰੋਨਸ ਦੀ। ਇਹਦੇ ਵਿੱਚ ਇਲੈਕਟ੍ਰੋਨ ਕਿਹਦੇ ਵਿਚਾਲੇ ਘੁੰਮਦੇ? ਇੱਥੇ ਕੀ ਆ? ਕਾਰਬਨ, ਕਾਰਬਨ ਤੇ ਆਕਸੀਜਨ ਦੇ ਵਿਚਾਲੇ ਘੁੰਮਦੇ ਨੇ। ਕਾਰਬਨ ਆ ਜਿਹੜਾ ਲੈਸ ਇਲੈਕਟ੍ਰੋਨੈਗੇਟਿਵ ਹੁੰਦਾ, ਇਸ ਕਰਕੇ ਇਹਦੇ ਵਿੱਚ ਇਕੁਇਵਲੈਂਟ ਆ, ਜਾਣੀ ਕਿ ਦੋਨੇ ਆਕਸੀਜਨ ਨੇ ਇੱਕੋ ਜਿਹੇ ਨੇ ਦੋਨੋਂ, ਇਸ ਕਰਕੇ ਇਹਦੇ ਵਿੱਚ ਕੀ ਹੈ? ਇਕੁਇਵਲੈਂਟ ਰੈਜ਼ੋਨੈਂਸ ਹੁੰਦੀ ਹੈ। ਇਹਦੇ ਵਿੱਚ ਹੁੰਦੀ ਹੈ ਨਾਨ ਇਕੁਇਵਲੈਂਟ, ਇਕੁਇਵਲੈਂਟ, ਕਿਉਂਕਿ ਇੱਕ ਚਾਰਜ ਹੈ ਜਿਹੜਾ ਕਾਰਬਨ ਤੇ ਜਾਂਦਾ ਫਿਰ ਨਾਲ ਆਕਸੀਜਨ ਤੇ ਜਾਂਦਾ ਹੈ, ਇਸ ਕਰਕੇ ਜਿਹੜਾ ਕਾਰਬਨ ਆ ਉਹ ਲੈਸ ਇਲੈਕਟ੍ਰੋਨੈਗੇਟਿਵ ਆ, ਦੈਨ ਇਟ ਇਜ਼ ਲੈਸ ਸਟੇਬਲ। ਇਹ ਵਾਲਾ ਲੈਸ ਸਟੇਬਲ ਹੋਏਗਾ, ਇਸ ਕਰਕੇ ਇਹ ਵਾਲਾ ਜਿਹੜਾ ਆ ਐਲੀਫੈਟਿਕ ਕਾਰਬੋਕਸਿਲਿਕ ਐਸਿਡ ਨੇ ਜਿਹੜੇ ਉਹ ਜ਼ਿਆਦਾ ਸਟਰੋਂਗ ਹੋਣਗੇ ਐਜ਼ ਕੰਪੇਅਰ ਟੂ ਫਿਨੋਲਸ, ਕਿਉਂਕਿ ਫਿਨੋਕਸਾਈਡ ਆਇਨ ਆ ਜਿਹੜਾ ਉਹ ਲੈਸ ਸਟੇਬਲ ਹੁੰਦਾ ਹੈ। ਨੈਕਸਟ ਹੈ ਆਪਾਂ ਰਿਐਕਸ਼ਨਸ ਕੰਪਲੀਟ ਕਰਨੀ ਹੈ। ਰਿਐਕਸ਼ਨਸ ਕੰਪਲੀਟ ਕਰਨ ਲਈ ਦੇਖੋ PCl5, PCl3 ਚਾਹੇ SOCl2 ਯਾਨੀ ਕਿ ਥਾਇਓਨਾਈਲ ਕਲੋਰਾਈਡ ਹੋਵੇ, ਸਾਰਿਆਂ 'ਚ ਮੈਂ ਤੁਹਾਨੂੰ ਪਿਛਲੀ ਵੀਡੀਓਜ਼ ਦੇ ਵਿੱਚ ਦੱਸਿਆ ਸਾਰਿਆਂ 'ਚ ਐਸਿਡ ਕਲੋਰਾਈਡ ਬਣੇਗਾ, ਇਹ 'ਚ ਵੀ ਐਸਿਡ ਕਲੋਰਾਈਡ ਬਣਨਾ, ਯਾਨੀ ਕਿ CH3COCl ਲੱਗ ਜਾਣਾ ਇਹਦੇ ਨਾਲ, ਠੀਕ ਹੈ। ਪ੍ਰੋਡਕਟ ਕੀ ਬਣ ਜਾਣਾ? CH3COCl। ਇਹ ਐਸਿਡ ਕਲੋਰਾਈਡ ਤਾਂ ਸਾਰਿਆਂ ਦੇ ਵਿੱਚ ਹੀ ਬਣਨਾ। ਉਸ ਤੋਂ ਬਿਨਾਂ ਤੁਸੀਂ ਦੇਖਣਾ ਫਿਰ PCl5 ਦੇ ਵਿੱਚ ਹੋਰ ਕੀ ਬਣੇਗਾ। ਇੱਕ HCl ਨਿਕਲੂਗਾ ਇਹਦੇ ਵਿੱਚੋਂ, ਇੱਕ ਕਲੋਰੀਨ ਤਾਂ ਇੱਥੇ ਨਿਕਲ ਗਈ, ਇੱਕ ਕਲੋਰੀਨ HCl ਬਣੂਗਾ ਇਹਦੇ ਵਿੱਚ,
HCl, एक क्लोरीन इत्थे निकल गई, इत्थे निकल गई, 2 क्लोरीन निकल गई ना, रह गई 3 क्लोरीन ते एक फास्फोरस ते इधरले पासे एक ऑक्सीजन, तो POCl3 भी बाहर निकलूगा। इस करके रिएक्शन लिखना बहुत सौखा है। जो भी तुम लिखोगे पहला एसिड क्लोराइड बना देना, एक HCl नूं याद रखो, HCl निकल जाना, उदों बिना जो कुछ बच गया उन्होंने इकट्ठा कर दो, फास्फोरस बच गया, एक ऑक्सीजन बच गई, तो 3 क्लोरीन बच गई, तो POCl3 लिख दो। इस तरह जेकर आप हम रिएक्शन करवाने SOCl2 के नाल, इन्ना करवाने तो भी एसिड क्लोराइड बनेगा, CH3 COCl बनूगा। इस तो बिना ये होर की निकलदा, सल्फर डाइऑक्साइड गैस तो HCl। इसे करके गैस ने बेस्ट आ मैथड, क्योंकि दोनों गैसिज की फॉर्म च बाहर निकल जाते, प्रोडक्ट सानू ईजीली अवेलेबल हो जाता। नैक्सट है अमोनीया के नाल रिएक्शन करवाना। अमोनीया के नाल जो तुसीं रिएक्शन करवाने हो तो की मिलूगा, एमाइड, ठीक है ना, तो एमाइड मिलूगा तुहानू, CH3CONH2। अमोनीया नाल जो तुसीं रिएक्शन करवाने हो तो ये वाला तुहानू एमाइड मिलेगा, नाल एक पानी का मॉलिक्यूल बाहर निकलूगा। नैक्सट है सोडियम हाइड्रोक्साइड। देखो सोडियम हाइड्रोक्साइड की है, बेस आ, ये एसिड आ, तो सोडियम का साल्ट बन जूगा, नाल एक पानी का मॉलिक्यूल बाहर निकलूगा। SOCl2 का तुहानू मैं दस ही दिता, आर दे नाल मूहरे आर लिखा, तो पिछे आंसर च भी आर ही लिखियो। फिर है सोडियम मैटल के नाल, ये भी पहला हो चुका, मैटल के नाल जो भी रिएक्ट करूगा एसिटिक एसिड तो हाइड्रोजन गैस निकलूगी, तो सोडियम का साल्ट बनूगा। नैक्सट क्वेश्चन है हाईली ब्रांच्ड कार्बोक्सिलिक एसिड्स आर लैस एसिडिक दैन अनब्रांच्ड एसिड्स, वाई। हाईली ब्रांच्ड ने जोड़े उन्होंने की होगा, प्लस आई इफैक्ट ज़्यादा होगा, इंडक्ट इफैक्ट ज़्यादा होएगा, इलैक्ट्रॉन देंगे तो हाइड्रोजन उत्थों कढ़ना बहुत मुश्किल हो जाएगा। जबकि जोड़े घट ब्रांच ने प्लस आई इफैक्ट घट होएगा, तो वो फिर हाइड्रोजन आयन है जोड़ा ईजीली उदू आप रिमूव कर सकते हैं। इस करके और दूसरा पॉइंट की होगा, स्टीरिक हिंड्रेंस भी होएगा, जो हाईली ब्रांच हो जाता ना, तो स्टीरिक हिंड्रेंस के कारण भी हाइड्रोजन आयन उतों रिमूव करना औखा होगा। इस करके हाईली ब्रांच ने जोड़े लैस एसिडिक होंगे दैन अनब्रांच्ड। नैक्सट क्वेश्चन है एसिटिक एसिड कैन बी हैलोजिनेटेड इन द प्रेजेंस ऑफ रेड फास्फोरस एंड क्लोरीन। देखो हम तुम समझ गए होवोगे केड़ा रिएक्शन है, हेल्महोल्ट्ज़-जेलिंस्की रिएक्शन। बट फॉर्मिक एसिड कैन नॉट बी हैलोजिनेटेड, पर फॉर्मिक एसिड नाल नहीं हो सकता, क्यों? क्योंकि फॉर्मिक एसिड का फार्मूला हुण की है, देखो HCOOH। ये तो हुण कोई अल्फा हाइड्रोजन है नहीं ना, अल्फा हाइड्रोजन किहड़ा हुंदा, जिहड़ा आ कार्बन के नाल अगों कार्बन जुड़िया होया उहदे नाल जिहड़ा हाइड्रोजन लग्गिया, जिवें कि आपां डिस्कस करिए CH3 C दे नाल देखो हाइड्रोजन, इधर हाइड्रोजन ते इधर भी हाइड्रोजन, इहदे नाल COOH। हुण ये कार्बन के नाल जिहड़ा आ कार्बन लग्गिया होया ये अल्फा कार्बन आ, इहदे नाल जिहड़ा हाइड्रोजन जुड़िया होया आ तिन्ने हाइड्रोजन ने, ये किहड़े ने, अल्फा हाइड्रोजन ने। इदां दा इहदे विच कोई नहीं हैगा, इत्थे कोई होर कार्बन नहीं हैगा, ठीक है ना। इस करके फॉर्मिक एसिड है जोड़ा, ये कोई अल्फा हाइड्रोजन है नहीं गा, इस करके ये परफॉर्म नहीं करता ये वाला रिएक्शन। नैक्सट है बॉइलिंग पॉइंट, देखो पहला कंसिडर हो गया। नैक्सट है बेंजोइक एसिड इज स्ट्रोंगर एसिड दैन एसिटिक एसिड, जस्टिफाई। इसे क्वेश्चन नूं दूसरे तरह नाल भी पेपर दे विच आया होया। इथेनोइक एसिड क्वेश्चन है इथेनोइक एसिड इज वीकर एंड एसिड दैन बेंजोइक एसिड, जां की आ बेंजोइक एसिड स्ट्रोंग एसिड है इहदे नालों, जां इथेनोइक। हुण इथेनोइक एसिड ते एसिटिक एसिड सेम ही ने ना, ये IUPAC नेम है, आपां कॉमन नेम कह दिंदे आ। बेंजोइक एसिड इज स्ट्रोंगर एसिड दैन एसिटिक एसिड, जां इथेनोइक एसिड इज वीकर एसिड दैन बेंजोइक एसिड। इहदा हुण तुसीं देखो की करना, जिहड़ा बेंजोइक एसिड आ उहदे विच जिहड़ा कार्बन आ वो sp2 हाइब्रिडाइज्ड है। बेंजोइक एसिड दे विच जिहदे नाल कार्बोक्सिलिक ग्रुप लग्या होया, बेंजोइक एसिड किहड़ा हो गया, ये वाला इत्थे लग्या है COOH, ठीक है ना। जिहड़ा आ वाला कार्बन आ ये हैगा sp2 हाइब्रिडाइज्ड, और जिहड़ा एसिटिक एसिड की गल करिए आपां CH3COOH, इहदे नाल जिहड़ा कार्बन जुड़िया होया, ठीक है, इस तरह दसना आपां। ये वाला जिहड़ा कार्बन आ ये हैगा sp3 हाइब्रिडाइज्ड, जिहड़ा sp3 हाइब्रिडाइज्ड आ लैस इलैक्ट्रोनैगेटिव हुंदा, ये वाला कार्बन लैस इलैक्ट्रोनैगेटिव आ, ये वाला कार्बन मोर इलैक्ट्रोनैगेटिव आ। इस करके ये वाला जिहड़ा बेंजोइक एसिड आ ये ज़्यादा एसिडिक हुंदा है दैन एसिटिक एसिड जां इथेनोइक एसिड,
आप यही क्वेश्चन किया ना, बेंजोइक एसिड इज स्ट्रोंगर एसिड दैन एसिटिक एसिड, क्यों? क्योंकि sp2 हाइब्रिडाइज्ड कार्बन है। नैक्सट क्वेश्चन हैगा, हाउ विल यू डिस्टिंग्विश बिटवीन फिनॉल एंड बेंजोइक एसिड। फिनॉल ते बेंजोइक एसिड दे विच आपां डिस्टिंक्शन करनी हैगी, वो किस तरह करोगे? फिनॉल है जिहड़ा, ये दोनों पहलां तां जिहड़ा आपां ब्रिस्क रेफरेंस वाला कार्बन डाइऑक्साइड गैस कीती सीगी, एक तां ओह वाले रिएक्शन दिंदे ने ये, एसिटिक एसिड देगा पर फिनॉल नहीं, सॉरी किहदा कर रहे हैं, फिनॉल ते बेंजोइक एसिड का कर रहे हैं। जिहड़ा बेंजोइक एसिड है वह देगा पर फिनॉल ये वाला टेस्ट नहीं देगा। फिर फिनॉल होर किहड़ा टेस्ट दिंदा, फेरिक क्लोराइड FeCl3, ਉਹਦੇ ਨਾਲ ਕੀ ਦਿੰਦਾ, वायलट कलर के प्रेसिपिटेट्स दिंदा है, कलर दे दिंदा सोल्यूशन, तो जिहड़ा बेंजोइक एसिड है वो नहीं दिंदा। ये वैसे तुहाडी बुक दे विच ना डिस्टिंक्शन दिते हुए हैं, पर डिस्टिंक्शन इंपॉर्टेंट बहुत ने। दूसरा हैगा, मतलब ये जिहड़े 3 डिस्टिंक्शन है बार बार रिपीट होए हुए हैं क्वेश्चन पेपर्स दे विच। दूसरा हैगा फॉर्मिक एसिड ते एसिटिक एसिड। फॉर्मिक एसिड है जिहड़ा एक एक्सैप्शनल केस है, मैं तुहानूं पिछले वीडियो च दस्सिया, जिहड़ा कि टॉलरेंस रिएजेंट दिंदा, यानी कि सिल्वर मिरर टेस्ट दिंदा, टॉलरेंस रिएजेंट दे नाल रिएक्शन शो करदा, तो जबकि एसिटिक एसिड इस तरह नहीं करता। दूसरा हैगा फॉर्मिक एसिड है जिहड़ा ये मरक्यूरिक क्लोराइड के नाल वाइट प्रेसिपिटेट्स बनाता है, जबकि एसिटिक एसिड नहीं बनाता। नैक्सट है इथेनोल एंड एसिटिक एसिड। इथेनोल तो एसिटिक एसिड के भी आप उही रिएक्शन फिर दे देंगे। एसिटिक एसिड है जिहड़ा वो सोडियम बाइकार्बोनेट के नाल कार्बन डाइऑक्साइड गैस बाहर करता ब्रिस्क रेफरेंस के नाल, जबकि इथेनोल इस तरह नहीं करता। तो दूसरा टेस्ट देवांगे आप आइडोफॉर्म टेस्ट। इथेनोल है जिहड़ा आइडोफॉर्म टेस्ट परफॉर्म करता, जिन्ना कि जैलो प्रेसिपिटेट्स बन जाते हैं, जबकि जिहड़ा एसिटिक एसिड है इस तरह का कोई भी टेस्ट परफॉर्म नहीं करता। ये वाला क्वेश्चन बेटे दोबारा रिपीट होया सी, मतलब जिहड़े मैं क्वेश्चन पेपर्स देखे ने जिन्ने हुण तक दे 10 ईयर दे, उहदे विच यही इंपॉर्टेंट क्वेश्चन से, और कई क्वेश्चन बहुत बार बार रिपीट होए हुए ने। हुण तक दे जिन्ने भी इंपॉर्टेंट क्वेश्चन से सारे तुहाडे नाल मैं डिस्कस कर ले। इन्हां क्वेश्चन जेकर बेटा तुसीं एल्डिहाइड ते कीटोन दे, एक मैं तुहानूं इंपॉर्टेंट क्वेश्चन दस्से सी, और एक ये कार्बोक्सिलिक एसिड के इंपॉर्टेंट क्वेश्चन, जेकर तुसीं इन्हां क्वेश्चनस नूं भी चंगी तरह याद कर लोगे तां भी तुहाडे पूरे के पूरे नंबर आउणगे, 4 ਦੇ 4 नंबर तुहाडे पूरे आ सकते हैं। इन्हां वाली तुसीं चंगी तरह ध्यान दे लो तां तुहाडे क्वेश्चन पूरी तरह आउणगे। ध्यान नाल पढ़ो, लिख के देखो पर क्वेश्चनों के आंसर, कल्ले पढ़न दे नाल नहीं याद हुंदे, ठीक है ना।